ਜੀ ਆਇਆਂ ਨੂੰ ਦੋਸਤੋ। ਭਗਵੰਤ ਮਾਨ ਸਾਹਿਬ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਗਏ, ਪਰ ਵਿਆਹ ਤੋਂ ਪਹਿਲਾਂ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ। ਵਿਆਹ ਤੋਂ ਪਹਿਲਾਂ ਜਦੋਂ ਉਹਨਾਂ ਨੇ ਸਵੇਰੇ ਘੋੜੀ ਚੜ੍ਹਨਾ ਸੀ ਤਾਂ ਭਗਵੰਤ ਮਾਨ ਸਾਹਿਬ ਫੁੱਟ-ਫੁੱਟ ਕੇ ਰੋਣ ਲੱਗ ਪਏ। ਮਾਨ ਸਾਹਿਬ ਕਾਫੀ ਸਮਾਂ ਰੋਂਦੇ ਰਹੇ। ਜਦੋਂ ਆਪਣੇ ਕਮਰੇ ਦੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਦੇ ਸਾਹਮਣੇ ਸਾਰੇ ਹੀ ਰਿਸ਼ਤੇਦਾਰ ਖੜੇ ਹੋਏ ਸਨ, ਨਾਲ ਉਹਨਾਂ ਦੀ ਮਾਂ ਵੀ ਖੜੀ ਹੋਈ ਸੀ। ਮਾਨ ਸਾਹਿਬ ਨੇ ਆਪਣੀ ਮਾਂ ਨੂੰ ਇੱਕ ਵਾਰ ਘੁੱਟ ਕੇ ਜੱਫੀ ਪਾਈ ਅਤੇ ਉਹਨਾਂ ਨੇ ਫਿਰ ਸਾਰਿਆਂ ਦੇ ਨਾਲ ਜੋ ਗੱਲ ਸਾਂਝੀ ਕੀਤੀ ਉਹ ਸ਼ਾਇਦ ਅੱਜ ਤੱਕ ਮਾਨ ਸਾਹਿਬ ਨੇ ਦਿਲ ਦੇ ਵਿੱਚ ਹੀ ਲੁਕਾ ਕੇ ਰੱਖੀ ਹੋਈ ਸੀ। ਇਹ ਗੱਲ ਸੁਣਦੇ ਹੀ ਉੱਥੇ ਖੜੇ ਸਾਰੇ ਹੀ ਲੋਕ ਅੱਖਾਂ ਵਿੱਚ ਹੰਝੂ ਲੈ ਕੇ ਨਮ ਹਾਲਤ ਵਿੱਚ ਖੜੇ ਹੋ ਗਏ। ਮਾਨ ਸਾਹਿਬ ਨੇ ਆਪਣੀਆਂ ਨਮ ਅੱਖਾਂ ਦੇ ਨਾਲ ਗੱਲਬਾਤ ਦੇ ਦੌਰਾਨ ਆਪਣੀ ਮਾਂ ਦਾ ਹੱਥ ਫੜਦੇ ਹੋਏ ਕਿਹਾ ਕਿ ਇਹ ਮੇਰੀ ਮਾਂ ਹੈ। ਅੱਜ ਮੈਂ ਤੁਹਾਨੂੰ ਸਭ ਨੂੰ ਜੋ ਦੱਸਣ ਜਾ ਰਿਹਾ ਇਹ ਮੈਂ ਕਦੀ ਆਪਣੀ ਮਾਂ ਨੂੰ ਵੀ ਨਹੀਂ ਦੱਸਿਆ। ਇਹ ਗੱਲ ਮੈਂ ਬੜੇ ਸਾਲਾਂ ਤੋਂ ਆਪਣੇ ਦਿਲ ਦੇ ਵਿੱਚ ਲੁਕਾ ਕੇ ਰੱਖੀ ਹੋਈ ਸੀ। ਜਦੋਂ ਮੇਰਾ ਪਹਿਲਾ ਵਿਆਹ ਹੋਇਆ ਤਾਂ ਮੈਂ ਬਹੁਤ ਖੁਸ਼ ਸੀ। ਜਿਵੇਂ ਹਰ ਕੋਈ ਆਪਣੇ ਵਿਆਹ 'ਤੇ ਖੁਸ਼ ਹੁੰਦਾ, ਠੀਕ ਉਵੇਂ ਹੀ ਮੈਂ ਵੀ ਖੁਸ਼ ਸੀ। ਵਿਆਹ ਤੋਂ ਬਾਅਦ ਕੁਝ ਸਮਾਂ ਚੰਗਾ ਵੀ ਲੰਘਿਆ। ਮੇਰੀ ਮਾਂ ਬਹੁਤ ਖੁਸ਼ ਸੀ, ਸਾਰਾ ਪਰਿਵਾਰ ਖੁਸ਼ਹਾਲ ਸੀ। ਪਰ ਕੁਝ ਚੀਜ਼ਾਂ ਉਸ ਸਮੇਂ ਗਲਤ ਵੀ ਹੋਈਆਂ ਅਤੇ ਉਹਨਾਂ ਹੀ ਗਲਤਫਹਿਮੀਆਂ ਦੇ ਕਰਕੇ ਮੇਰਾ ਪਹਿਲਾ ਜੋ ਰਿਸ਼ਤਾ ਸੀ ਉਹ ਵਿਚਾਲੋਂ ਹੀ ਟੁੱਟ ਗਿਆ, ਸਿਰੇ ਨਹੀਂ ਚੜ੍ਹ ਸਕਿਆ। ਫਿਰ ਮੈਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਰੁੱਝ ਗਿਆ, ਆਪਣਾ ਦੁੱਖ ਭੁਲਾ ਬੈਠਾ। ਪਰ ਮੇਰੀ ਮਾਂ ਕਿਤੇ ਨਾ ਕਿਤੇ ਇਸ ਦੁੱਖ ਦੇ ਪਹਾੜ ਦੇ ਹੇਠਾਂ ਦਬਦੀ ਜਾ ਰਹੀ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਮੈਂ ਪੰਜਾਬ ਦਾ CM ਬਣਿਆ। ਜਦੋਂ ਮੈਂ ਮਾਂ ਨੂੰ ਆਪਣੀ ਨੂੰ ਰੋਂਦੀ ਵੇਖਿਆ ਅਤੇ ਉਹਨਾਂ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਲੋਕਾਂ ਦੀ ਸੇਵਾ ਕਰਦਾ ਹੈ, ਪੰਜਾਬ ਦੀ ਸੇਵਾ ਕਰਦਾ ਹੈ। ਇਸ ਗੱਲ ਤੋਂ ਮੈਂ ਬਹੁਤ ਖੁਸ਼ ਹਾਂ, ਪਰ ਇੱਕ ਅਜੀਬ ਜਿਹਾ ਖਾਲੀਪਨ ਮੇਰੇ ਦਿਲ ਨੂੰ ਹਮੇਸ਼ਾ ਹੀ ਖਾਂਦਾ ਰਹਿੰਦਾ ਹੈ। ਮੈਂ ਮਾਂ ਨੂੰ ਪੁੱਛਿਆ ਕਿ ਮਾਂ ਸਾਡੇ ਕੋਲੇ ਸਭ ਕੁਝ ਹੈ, ਸਾਰਾ ਪੰਜਾਬ ਸਾਡੇ ਨਾਲ ਖੜਾ ਹੈ, ਫਿਰ ਹੁਣ ਕਿਸ ਗੱਲ ਦੀ ਘਾਟ ਹੈ, ਤੂੰ ਚਾਹੁੰਦੀ ਕੀ ਹੈ? ਮੇਰੀ ਮਾਂ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਮੈਨੂੰ ਇੱਕ ਚੀਜ਼ ਦਾ ਅਹਿਸਾਸ ਚੰਗੀ ਤਰ੍ਹਾਂ ਹੋ ਰਿਹਾ ਸੀ ਕਿ ਜਦੋਂ ਤੱਕ ਤਾਂ ਮੈਂ ਜਿੱਤਿਆ ਨਹੀਂ ਸੀ, ਸਰਕਾਰ ਦੇ ਵਿੱਚ ਨਹੀਂ ਸੀ ਆਇਆ, ਸਿਰਫ ਸੰਘਰਸ਼ ਕਰ ਰਿਹਾ ਸੀ, ਉਦੋਂ ਤੱਕ ਮੈਂ ਆਪਣੀ ਮਾਂ ਦੇ ਕੋਲ ਹੀ ਰਹਿੰਦਾ ਸੀ। ਜੇਕਰ ਕਿਤੇ ਚਲਾ ਵੀ ਜਾਂਦਾ ਤਾਂ ਵਾਪਸ ਆਪਣੀ ਮਾਂ ਦੇ ਕੋਲ ਹੀ ਆਉਂਦਾ। ਪਰ ਹੁਣ CM ਬਣਨ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਨੇ ਕਿ ਰਾਤ ਦਿਨ ਦਾ ਪਤਾ ਹੀ ਨਹੀਂ ਲੱਗਦਾ। ਮੈਂ ਆਪਣੀ ਮਾਂ ਨੂੰ ਪਹਿਲਾਂ ਵਾਂਗ ਸਮਾਂ ਨਹੀਂ ਦੇ ਪਾਉਂਦਾ। CM ਬਣਨ ਤੋਂ ਬਾਅਦ ਇੱਕ ਦਿਨ ਵੀ ਐਸਾ ਨਹੀਂ ਗਿਆ ਕਿ ਮੈਂ ਆਪਣੀ ਮਾਂ ਦੇ ਕੋਲ ਸਕੂਨ ਦੇ ਨਾਲ 2 ਮਿੰਟ ਬੈਠ ਕੇ ਗੱਲਾਂ ਕੀਤੀਆਂ ਹੋਣ। ਮੈਂ ਫਿਰ ਮਾਂ ਨੂੰ ਪੁੱਛਿਆ ਕਿ ਮਾਂ ਤੁਸੀਂ ਦੱਸੋ ਕਿਉਂ ਰੋ ਰਹੇ ਹੋ, ਚਾਹੁੰਦੇ ਕੀ ਹੋ? ਮਾਂ ਨੇ ਮੇਰੀ ਪੁੱਛੀ ਗੱਲ ਦਾ ਉਹੀ ਜਵਾਬ ਦਿੱਤਾ ਕਿ ਜੇਕਰ ਪੁੱਤ ਤੇਰਾ ਵੀ ਪਰਿਵਾਰ ਹੁੰਦਾ ਤਾਂ ਘਰ ਦੇ ਵਿੱਚ ਰੌਣਕਾਂ ਹੋਣੀਆਂ ਸੀ। ਮੈਂ ਬੱਚਿਆਂ ਦੇ ਨਾਲ ਖੇਡਣਾ ਸੀ, ਤੇਰੇ ਬੱਚਿਆਂ ਨੂੰ ਵੱਡੇ ਹੁੰਦੇ ਦੇਖਣਾ ਸੀ, ਮੇਰਾ ਦਿਲ ਲੱਗਿਆ ਰਹਿਣਾ ਸੀ। ਬੁਢਾਪੇ ਦੇ ਵਿੱਚ ਦੋਤੇ ਦੋਤੀਆਂ ਦਾ, ਪੋਤੇ ਪੋਤੀਆਂ ਦਾ ਹੀ ਬਜ਼ੁਰਗਾਂ ਨੂੰ ਆਸਰਾ ਹੁੰਦਾ ਹੈ। ਮੈਂ ਬਸ ਇੰਨਾ ਹੀ ਚਾਹੁੰਦੀ ਹਾਂ ਕਿ ਪੁੱਤ ਤੂੰ ਜੀ ਸਦਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ, ਪਰ ਤੂੰ ਮੇਰੇ ਕਹਿਣ 'ਤੇ ਇੱਕ ਵਾਰ ਵਿਆਹ ਕਰਵਾ ਲੈ। ਮਾਨ ਸਾਹਿਬ ਨੇ ਕਿਹਾ ਕਿ ਮਾਂ ਦੀਆਂ ਨਮ ਹੋਈਆਂ ਅੱਖਾਂ ਦੇ ਵਿੱਚ ਹੰਝੂ ਆਏ ਸਨ ਅਤੇ ਉਸ ਦੁੱਖ ਭਰੀ ਆਵਾਜ਼ ਦੇ ਨਾਲ ਜੋ ਮਾਂ ਨੇ ਮੈਨੂੰ ਗੱਲ ਕਹੀ, ਮੈਂ ਉਸ ਗੱਲ ਨੂੰ ਮੋੜ ਨਹੀਂ ਸਕਿਆ। ਮੈਂ ਕਿਹਾ ਕਿ ਮਾਂ ਕੋਈ ਨਾ, ਤੁਸੀਂ ਦਿਲ ਹੌਲਾ ਨਾ ਕਰੋ, ਤੁਸੀਂ ਜਿਵੇਂ ਕਹੋਗੇ ਮੈਂ ਉਵੇਂ ਹੀ ਕਰ ਲਵਾਂਗਾ। ਫਿਰ ਜਦੋਂ ਮੇਰੀ ਮਾਂ ਅਤੇ ਭੈਣ ਨੇ ਰਿਸ਼ਤਾ ਦੇਖਿਆ ਤਾਂ ਮੈਂ ਉਵੇਂ ਹੀ ਹਾਂ ਕਰ ਦਿੱਤੀ। ਮੈਂ ਇਹ ਵੀ ਜਾਣਦਾ ਕਿ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ, ਪਰ ਮੇਰੇ ਲਈ ਮੇਰੀ ਮਾਂ ਦੀ ਖੁਸ਼ੀ ਨਾਲੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ। ਜਦੋਂ ਅੱਜ ਸਵੇਰੇ ਮੈਂ ਵਿਆਹ 'ਤੇ ਜਾਣ ਦੇ ਲਈ ਤਿਆਰ ਹੋ ਰਿਹਾ ਸੀ ਤਾਂ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆਏ, ਕਿਉਂਕਿ ਜਦੋਂ ਮੇਰਾ ਪਹਿਲਾ ਵਿਆਹ ਹੋਇਆ ਸੀ ਤਾਂ ਉਦੋਂ ਵੀ ਮੈਂ ਇਸੇ ਤਰ੍ਹਾਂ ਤਿਆਰ ਹੋ ਰਿਹਾ ਸੀ। ਮੈਨੂੰ ਉਹੀ ਸਮਾਂ ਯਾਦ ਆ ਗਿਆ। ਉਦੋਂ ਵੀ ਮੇਰੇ ਮਨ ਦੇ ਵਿੱਚ ਕਈ ਖਾਹਿਸ਼ਾਂ ਸਨ ਅਤੇ ਅੱਜ ਵੀ ਹਨ। ਮੈਂ ਇਹ ਵੀ ਜਾਣਦਾ ਕਿ ਇਨਸਾਨ ਦੇ ਜੀਵਨ ਦੇ ਵਿੱਚ ਕਈ ਉਤਰਾਅ ਚੜ੍ਹਾਅ ਆਉਂਦੇ ਹਨ, ਪਰ ਇਹਨਾਂ ਨੂੰ ਪਾਰ ਕਰਨਾ ਹੀ ਸਾਡੀ ਅਸਲੀ ਪ੍ਰੀਖਿਆ ਹੁੰਦੀ ਹੈ। ਮੇਰੀਆਂ ਅੱਖਾਂ ਦੇ ਵਿੱਚ ਹੰਝੂ ਇਸ ਲਈ ਆ ਗਏ ਕਿਉਂਕਿ ਮੈਂ ਉਸ ਸਮੇਂ ਵੀ ਇਵੇਂ ਹੀ ਤਿਆਰ ਹੋ ਰਿਹਾ ਸੀ, ਪਰ ਮੈਨੂੰ ਨਹੀਂ ਸੀ ਪਤਾ ਕਿ ਅੱਗੇ ਜਾ ਕੇ ਇਹ ਰਿਸ਼ਤਾ ਟੁੱਟ ਜਾਣਾ ਹੈ। ਹੁਣ ਮੇਰੇ ਮਨ ਦੇ ਵਿੱਚ ਇਹ ਡਰ ਵੀ ਹੈ, ਪਰ ਮੈਂ ਕੀਤੀਆਂ ਆਪਣੀਆਂ ਪਹਿਲੀਆਂ ਗਲਤੀਆਂ ਤੋਂ ਸੁਧਾਰ ਕਰਕੇ ਉਹਨਾਂ ਤੋਂ ਸਿੱਖ ਕੇ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਹੁਣ ਇੱਕ ਚੰਗਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਾਂਗਾ ਅਤੇ ਪੰਜਾਬ ਦੀ ਸੇਵਾ ਕਰਾਂਗਾ। ਇੰਨੀਆਂ ਗੱਲਾਂ ਕਰਦੇ ਹੋਏ ਭਗਵੰਤ ਮਾਨ ਸਾਹਿਬ ਉੱਥੋਂ ਚਲੇ ਗਏ। ਦੋਸਤੋ, ਤੁਹਾਨੂੰ ਸਭ ਨੂੰ ਕੀ ਲੱਗਦਾ ਕਿ ਭਗਵੰਤ ਮਾਨ ਸਾਹਿਬ ਨੇ ਵਿਆਹ ਕਰਵਾ ਕੇ ਚੰਗਾ ਕੀਤਾ ਜਾਂ ਫਿਰ ਨਹੀਂ? ਕਮੈਂਟ ਕਰਕੇ ਜ਼ਰੂਰ ਦੱਸਣਾ। ਨਾਲ ਹੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਥੈਂਕ ਯੂ।